ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਪਿਆਰਿਓ, ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੌਲਤਾਬਾਦ ਨਗਰ ਦੇ ਵਿੱਚ ਪਹੁੰਚੇ। ਜਦੋਂ ਗੁਰੂ ਜੀ ਨਗਰ ਦੇ ਮੁੱਖ ਬਾਜ਼ਾਰ ਦੇ ਵਿੱਚੋਂ ਜਾ ਰਹੇ ਸਨ ਤਾਂ ਭਾਈ ਮਰਦਾਨਾ ਜੀ ਦੀ ਨਜ਼ਰ ਇੱਕ ਮਹਾਜਨ ਤੇ ਪਈ। ਉਹ ਆਪਣੀ ਦੁਕਾਨ ਤੇ ਗੱਦੀ ਲਗਾ ਕੇ ਬਹੁਤ ਆਰਾਮ ਦੇ ਨਾਲ ਆਪਣੇ ਵਪਾਰ ਦੀ ਦੇਖਭਾਲ ਕਰ ਰਿਹਾ ਸੀ। ਉਸ ਦੇ ਕਰਮਚਾਰੀ ਉਸ ਦੀ ਆਗਿਆ ਦੇ ਅਨੁਸਾਰ ਕੰਮ ਕਰਨੇ ਦੇ ਵਿੱਚ ਵਿਅਸਤ ਸਨ। ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚ ਉਸ ਸਮੇਂ ਇੱਕ ਵਿਚਾਰ ਉਤਪੰਨ ਹੋਇਆ ਤੇ ਉਹ ਸੋਚਣ ਲੱਗੇ। ਫਿਰ ਗੁਰੂ ਜੀ ਕਹਿਣ ਲੱਗੇ ਕਿ ਹਰ ਕਿਸੇ ਨੂੰ ਕੋਈ ਨਾ ਕੋਈ ਦੁੱਖ ਜ਼ਰੂਰ ਹੁੰਦਾ ਹੈ। ਕੇਵਲ ਉਹੀ ਮਨੁੱਖ ਸੁਖੀ ਹੈ ਜੋ ਪਰਮਾਤਮਾ ਦੀ ਰਾਜਾ ਦੇ ਵਿੱਚ ਰਹਿੰਦਾ ਹੈ, ਅਰਥਾਤ ਕੋਈ ਗਿਲਾ ਸ਼ਿਕਵਾ ਨਹੀਂ ਕਰਦਾ। ਫਿਰ ਭਾਈ ਮਰਦਾਨਾ ਜੀ ਨੇ ਆਪਣੇ ਮਨ ਦਾ ਵਿਚਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਗੁਰੂ ਜੀ, ਮੈਨੂੰ ਤਾਂ ਇਹ ਮਹਾਜਨ ਹਰ ਕਿਸੇ ਦ੍ਰਿਸ਼ਟੀ ਤੋਂ ਖੁਸ਼ ਦਿਖਾਈ ਦਿੰਦੇ ਹਨ। ਇਹ ਮਹਾਜਨ ਦੁਖੀ ਨਹੀਂ ਹੋ ਸਕਦਾ। ਇਸ ਦੇ ਕੋਲ ਸਾਰੇ ਪ੍ਰਕਾਰ ਦੇ ਸਾਧਨ ਹਨ। ਇਸ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਅਗਰ ਤੈਨੂੰ ਇਹ ਸੁਖੀ ਦਿਖਾਈ ਦਿੰਦਾ ਹੈ ਤਾਂ ਜਾਓ ਉਸ ਦਾ ਹਾਲ ਪੁੱਛ ਲਓ। ਭਾਈ ਮਰਦਾਨਾ ਜੀ ਗੁਰੂ ਜੀ ਦੀ ਇਹ ਗੱਲ ਸੁਣ ਕੇ ਉਸ ਦੇ ਕੋਲ ਗਿਆ ਤੇ ਜਾ ਕੇ ਉਸ ਨੂੰ ਕਿਹਾ ਕਿ ਤੁਸੀਂ ਬਹੁਤ ਸੁਖੀ ਦਿਖਾਈ ਦਿੰਦੇ ਹੋ। ਤੁਸੀਂ ਕਿਹੜੇ ਪੁੰਨ ਕੀਤੇ ਹਨ ਜਿਸ ਦੇ ਨਾਲ ਤੁਸੀਂ ਇੰਨਾ ਸੁਖੀ ਜੀਵਨ ਬਤੀਤ ਕਰ ਰਹੇ ਹੋ ਤੇ ਤੁਹਾਨੂੰ ਇਹ ਸੁੱਖ ਪ੍ਰਾਪਤ ਹੋਇਆ ਹੈ। ਫਿਰ ਉਸ ਨੇ ਭਾਈ ਮਰਦਾਨੇ ਜੀ ਨੂੰ ਇੱਕ ਫਕੀਰ ਦੇ ਵਸਤਰਾਂ ਦੇ ਵਿੱਚ ਦੇਖ ਕੇ ਪ੍ਰਣਾਮ ਕੀਤਾ ਤੇ ਆਪਣੇ ਦੁੱਖਾਂ ਦੇ ਬਾਰੇ ਦੱਸਿਆ ਕਿ ਇਸ ਸੰਸਾਰ ਦੇ ਵਿੱਚ ਮੇਰੇ ਜਿੰਨਾ ਕੋਈ ਦੁਖੀ ਨਹੀਂ ਹੈ। ਮੇਰੇ ਦੁਖੀ ਹੋਣ ਦੇ ਕੁਛ ਇਸ ਤਰ੍ਹਾਂ ਦੇ ਕਾਰਨ ਹਨ ਜੋ ਕਿ ਦੱਸੇ ਨਹੀਂ ਜਾ ਸਕਦੇ ਤੇ ਮੈਂ ਤੁਹਾਨੂੰ ਕਿਸ ਤਰ੍ਹਾਂ ਦੱਸਾਂ। ਭਾਈ ਮਰਦਾਨਾ ਜੀ ਨੇ ਉਸ ਦੀ ਇਹ ਗੱਲ ਸੁਣ ਕੇ ਉਸ ਨੂੰ ਕਿਹਾ ਕਿ ਮੇਰੇ ਨਾਲ ਇੱਕ ਪੂਰਨ ਸੰਤ ਹਨ, ਤੁਸੀਂ ਉਹਨਾਂ ਦੇ ਨਾਲ ਆਪ ਦੇ ਦੁੱਖ ਸਾਂਝਾ ਕਰੋ। ਗੁਰੂ ਜੀ ਤੁਹਾਡੇ ਦੁੱਖ ਜ਼ਰੂਰ ਦੂਰ ਕਰ ਦੇਣਗੇ। ਭਾਈ ਮਰਦਾਨੇ ਜੀ ਦੀ ਇਹ ਗੱਲ ਸੁਣ ਕੇ ਉਸ ਨੇ ਗੁਰੂ ਜੀ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਫਿਰ ਉਸ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ, ਗੁਰੂ ਜੀ ਤੁਸੀਂ ਮੇਰੇ ਉੱਪਰ ਵੀ ਕਿਰਪਾ ਕਰੋ ਜੀ, ਮੇਰੇ ਦੁੱਖਾਂ ਦਾ ਵੀ ਨਿਵਾਰਨ ਕਰੋ ਜੀ, ਮੇਰੇ ਵੀ ਦੁੱਖ ਦੂਰ ਕਰੋ ਜੀ। ਫਿਰ ਉਸ ਨੇ ਗੁਰੂ ਜੀ ਨੂੰ ਦੱਸਿਆ ਕਿ ਮੇਰੇ ਘਰ ਜੋ ਮੇਰੀ ਪਤਨੀ ਹੈ, ਮੈਂ ਉਸ ਦੇ ਨਾਲ ਬਹੁਤ ਪ੍ਰੇਮ ਪਿਆਰ ਕਰਦਾ ਸੀ। ਇੱਕ ਦਿਨ ਉਹ ਬਿਮਾਰ ਹੋ ਗਈ। ਮੈਂ ਉਸ ਦਾ ਬਹੁਤ ਇਲਾਜ ਕਰਵਾਇਆ। ਉਸ ਦੀ ਬਿਮਾਰੀ ਹੋਰ ਵੱਧਦੀ ਗਈ। ਰੋਗ ਦਾ ਇਲਾਜ ਨਹੀਂ ਹੋ ਸਕਿਆ। ਉਹ ਬਹੁਤ ਕਮਜ਼ੋਰ ਹੋ ਗਈ, ਜਿਸ ਦੇ ਕਾਰਨ ਉਸ ਦੇ ਬਚਣੇ ਦੀ ਉਮੀਦ ਖਤਮ ਹੋ ਗਈ। ਫਿਰ ਮੈਨੂੰ ਉਸ ਦੀ ਚਿੰਤਾ ਹੋਣ ਲੱਗੀ। ਫਿਰ ਮੈਂ ਮੌਤ ਦੇ ਡਰ ਤੋਂ ਉਸ ਸਮੇਂ ਬਹੁਤ ਪੁੰਨਦਾਨ ਕੀਤਾ। ਇੱਕ ਦਿਨ ਮੈਂ ਰੋਂਦਾ ਹੋਇਆ ਉਸ ਦੇ ਕੋਲ ਜਾ ਕੇ ਬੈਠ ਗਿਆ। ਉਸ ਨੇ ਮੈਨੂੰ ਰੋਂਦੇ ਹੋਏ ਨੂੰ ਦੇਖ ਕੇ ਕਿਹਾ ਕਿ ਤੁਸੀਂ ਕਿਉਂ ਰੋਂਦੇ ਹੋ? ਤੁਸੀਂ ਮੇਰੀ ਚਿੰਤਾ ਕਿਉਂ ਕਰਦੇ ਹੋ? ਆਪ ਦੇ ਪਾਸ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਅਗਰ ਮੈਂ ਮਰ ਵੀ ਗਈ ਤਾਂ ਤੁਸੀਂ ਕਿਸੇ ਹੋਰ ਔਰਤ ਦੇ ਨਾਲ ਸ਼ਾਦੀ ਕਰ ਲੈਣਾ ਤੇ ਉਸ ਦੇ ਨਾਲ ਪ੍ਰੇਮ ਪਿਆਰ ਕਰ ਲੈਣਾ। ਜਿਸ ਤਰ੍ਹਾਂ ਸਮਾਂ ਬੀਤੇਗਾ ਤੁਸੀਂ ਉਸ ਦੇ ਨਾਲ ਖੁਸ਼ ਰਹਿਣ ਲੱਗ ਜਾਓਗੇ। ਫਿਰ ਤੁਹਾਨੂੰ ਮੇਰੀ ਯਾਦ ਕਦੇ ਨਹੀਂ ਆਵੇਗੀ।
ਫਿਰ ਪਰਮਾਤਮਾ ਦੀ ਕਿਰਪਾ ਦੇ ਨਾਲ ਕੁਝ ਸਮੇਂ ਦੇ ਬਾਅਦ ਮੇਰੀ ਔਰਤ ਤੰਦਰੁਸਤ ਹੋ ਗਈ। ਜਦੋਂ ਉਹ ਚੰਗੀ ਤਰ੍ਹਾਂ ਦੇ ਨਾਲ ਠੀਕ ਹੋ ਗਈ ਤਾਂ ਉਹ ਪਰਾਏ ਮਰਦਾਂ ਦੇ ਨਾਲ ਪ੍ਰੇਮ ਪਿਆਰ ਕਰਨ ਲੱਗ ਪਈ। ਉਹ ਜਿਸ ਤਰ੍ਹਾਂ ਦੇ ਮਰਦ ਨੂੰ ਚਾਹੁੰਦੀ ਸੀ ਉਸ ਨੂੰ ਹੀ ਬੁਲਾ ਲੈਂਦੀ ਸੀ। ਉਸ ਦੇ ਇਸ ਤਰ੍ਹਾਂ ਦੇ ਕਰਮ ਮੈਂ ਰੋਜ਼ ਆਪਣੀਆਂ ਅੱਖਾਂ ਦੇ ਨਾਲ ਦੇਖਦਾ ਹਾਂ ਤੇ ਮੈਂ ਅੰਦਰ ਹੀ ਅੰਦਰ ਦੁਖੀ ਹੁੰਦਾ ਹਾਂ ਤੇ ਹਰ ਸਮੇਂ ਚਿੰਤਾ ਦੇ ਵਿੱਚ ਪਿਆ ਰਹਿਣਾ ਹਾਂ। ਇਸ ਲਈ ਮੈਂ ਕਹਿੰਦਾ ਹਾਂ ਕਿ ਇਸ ਸੰਸਾਰ ਦੇ ਵਿੱਚ ਮੇਰੇ ਜਿੰਨਾ ਕੋਈ ਦੁਖੀ ਨਹੀਂ ਹੈ, ਕਿਉਂਕਿ ਮੇਰੇ ਕੋਲ ਇਸ ਦੁੱਖ ਦਾ ਕੋਈ ਉਪਾਅ ਨਹੀਂ ਹੈ। ਫਿਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਦੇ ਇਹ ਵਿਚਾਰ ਸੁਣ ਕੇ ਬਚਨ ਕੀਤੇ ਕਿ ਪਿਛਲੇ ਜਨਮ ਦੇ ਵਿੱਚ ਜਿਸ ਤਰ੍ਹਾਂ ਦੇ ਕਰਮ ਕੀਤੇ ਹਨ ਉਸ ਦੇ ਆਧਾਰ ਤੇ ਇਸ ਜਨਮ ਦੇ ਵਿੱਚ ਸੁੱਖ ਤੇ ਦੁੱਖ ਭੋਗ ਰਹੇ ਹੋ। ਪਿਛਲੇ ਜਨਮ ਦੇ ਵਿੱਚ ਜੋ ਕੀਤਾ ਹੈ ਉਸ ਦਾ ਫਲ ਮਿਲ ਰਿਹਾ ਹੈ। ਦਾਨ ਪੁੰਨ ਕਰਨ ਦੇ ਨਾਲ ਸੁੱਖ ਪ੍ਰਾਪਤ ਹੁੰਦਾ ਹੈ ਤੇ ਪਾਪ ਕਰਨ ਦੇ ਨਾਲ ਦੁੱਖ ਮਿਲਦਾ ਹੈ। ਜਿੰਨੇ ਵੀ ਜੀਵ ਹਨ ਉਹ ਜਿਸ ਤਰ੍ਹਾਂ ਦੇ ਕਰਮ ਕਰਦੇ ਹਨ ਉਸ ਤਰ੍ਹਾਂ ਦਾ ਹੀ ਫਲ ਪਾਉਂਦੇ ਹਨ। ਜਿਸ ਨੇ ਜਿਸ ਤਰ੍ਹਾਂ ਦੇ ਕਰਮ ਕੀਤੇ ਹਨ ਉਸ ਨੂੰ ਭੁਗਤੇ ਬਗੈਰ ਛੁਟਕਾਰਾ ਨਹੀਂ ਮਿਲ ਸਕਦਾ। ਇੱਕ ਗੱਲ ਚੰਗੀ ਤਰ੍ਹਾਂ ਦੇ ਨਾਲ ਸਮਝ ਲਓ, ਸੰਸਾਰ ਦੇ ਵਿੱਚ ਜਿੰਨੇ ਵੀ ਗਿਆਨੀ ਪੁਰਖ ਹੋਏ ਹਨ ਉਹ ਇੱਕ ਗੱਲ ਜਾਣਦੇ ਹਨ ਕਿ ਇਸ ਸਰੀਰ ਨੇ ਸਾਡੇ ਨਾਲ ਸਦਾ ਨਹੀਂ ਰਹਿਣਾ। ਇਸ ਸੰਸਾਰ ਦੇ ਵਿੱਚ ਆਨੰਦ ਤੇ ਸੁੱਖ ਦਿਖਾਈ ਨਹੀਂ ਦਿੰਦੇ। ਜਿਹੜੇ ਗਿਆਨੀ ਪੁਰਖ ਹਨ ਉਹ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਹਨ। ਸੁੱਖ ਤੇ ਦੁੱਖ ਕਰਤਾਰ ਦੀ ਮਰਜ਼ੀ ਦੇ ਨਾਲ ਆਉਂਦੇ ਹਨ, ਕਿਉਂਕਿ ਕਰਤਾਰ ਕਦੇ ਵੀ ਕਿਸੇ ਦੇ ਨਾਲ ਬੁਰਾ ਨਹੀਂ ਕਰਦਾ। ਜਦੋਂ ਵੀ ਸਾਡੇ ਉੱਪਰ ਕੋਈ ਮੁਸੀਬਤ ਆ ਜਾਵੇ ਸਾਨੂੰ ਉਸ ਨੂੰ ਕਰਤਾਰ ਦੀ ਮਰਜ਼ੀ ਹੀ ਸਮਝਣੀ ਚਾਹੀਦੀ ਹੈ, ਕਿਉਂਕਿ ਉਸ ਦੇ ਵਿੱਚ ਵੀ ਸਾਡਾ ਭਲਾ ਹੀ ਹੁੰਦਾ ਹੈ। ਜਿਸ ਤਰ੍ਹਾਂ ਦੇ ਅਸੀਂ ਪਾਪ ਕੀਤੇ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ। ਜਿਹੜੇ ਵੀ ਪਰਮਾਤਮਾ ਦੀ ਭਗਤੀ ਦੇ ਵਿੱਚ ਲੱਗੇ ਹਨ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਦੇ ਨਾਲ ਮੰਨ ਕੇ ਚੱਲਦੇ ਹਨ ਕਿ ਦੁੱਖ ਦੇ ਆਉਣ ਦੇ ਨਾਲ ਸਾਡੇ ਪਾਪ ਖਤਮ ਹੋ ਜਾਂਦੇ ਹਨ। ਫਿਰ ਉਸਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ, ਆਪਣੇ ਚਰਨ ਮੇਰੇ ਘਰ ਦੇ ਵਿੱਚ ਪਾ ਕੇ ਮੇਰੇ ਉੱਪਰ ਵੀ ਕਿਰਪਾ ਕਰੋ ਜੀ। ਉਸ ਦੀ ਇਸ ਬੇਨਤੀ ਨੂੰ ਸੁਣ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਦੇ ਨਾਲ ਉਸ ਦੇ ਘਰ ਚਲੇ ਗਏ। ਉਸ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਫਿਰ ਉਸ ਨੇ ਆਪਣੀ ਇਸਤਰੀ ਨੂੰ ਗੁਰੂ ਜੀ ਦੇ ਚਰਨਾਂ ਦੇ ਵਿੱਚ ਸਿਰ ਰੱਖਣੇ ਨੂੰ ਕਿਹਾ। ਜਦੋਂ ਉਸ ਦੀ ਇਸਤਰੀ ਨੇ ਗੁਰੂ ਜੀ ਨੂੰ ਪ੍ਰਣਾਮ ਕੀਤਾ ਤਾਂ ਉਸ ਦੇ ਮਨ ਨੂੰ ਸ਼ਾਂਤੀ ਦੇਣੇ ਦੇ ਲਈ ਗੁਰੂ ਜੀ ਨੇ ਉਸ ਨੂੰ ਬਚਨ ਕੀਤਾ ਕਿ ਪਤੀ ਚਾਹੇ ਪਿੰਗਲਾ ਹੋਵੇ ਚਾਹੇ ਕੋੜੀ ਕਿਉਂ ਨਾ ਹੋਵੇ, ਔਰਤ ਉਸ ਨੂੰ ਪਰਮੇਸ਼ਰ ਸਮਾਨ ਹੀ ਜਾਣਦੀ ਹੈ ਤੇ ਉਸ ਦੀ ਸੇਵਾ ਕਰਦੀ ਹੈ। ਉਹ ਦੂਸਰੇ ਮਰਦਾਂ ਦੇ ਲਈ ਆਪਣੇ ਅੰਦਰ ਮੋਹ ਭਾਵ ਨਹੀਂ ਰੱਖਦੀ। ਜਿਹੜੀ ਔਰਤ ਆਪਣੇ ਪਤੀ ਨੂੰ ਛੱਡ ਕੇ ਦੂਸਰੇ ਮਰਦਾਂ ਦੇ ਵੱਲ ਆਕਰਸ਼ਿਤ ਹੁੰਦੀ ਹੈ, ਉਸ ਦੇ ਨਾਲ ਪ੍ਰੇਮ ਪਿਆਰ ਕਰਦੀ ਹੈ, ਉਸ ਨੂੰ ਜਮਦੂਤ ਅੰਤਿਮ ਸਮੇਂ ਦੇ ਵਿੱਚ ਖਿੱਚ ਕੇ ਲੈ ਜਾਂਦੇ ਹਨ ਤੇ ਉਸ ਨੂੰ ਬਹੁਤ ਸਜ਼ਾ ਦਿੰਦੇ ਹਨ। ਉਸ ਸਮੇਂ ਦੇ ਵਿੱਚ ਉਸ ਦੀ ਕੋਈ ਵੀ ਪੁਕਾਰ ਨਹੀਂ ਸੁਣਦਾ। ਉਸ ਦੀ ਸੰਸਾਰ ਦੇ ਵਿੱਚ ਵੀ ਨਿੰਦਿਆ ਹੁੰਦੀ ਹੈ, ਅੱਗੇ ਜਾ ਕੇ ਵੀ ਉਸ ਨੂੰ ਦੁੱਖ ਹੀ ਮਿਲਦਾ ਹੈ। ਜਿਹੜੀ ਇਸਤਰੀ ਪਵਿੱਤਰਤਾ ਹਾਸਲ ਕਰਦੀ ਹੈ ਅੱਗੇ ਜਾ ਕੇ
ਦਰਗਾਹ ਦੇ ਵਿੱਚ ਵੀ ਉਸ ਨੂੰ ਸੁੱਖ ਹੀ ਮਿਲਦਾ ਹੈ। ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਉਸ ਨੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਤੇ ਕਿਹਾ, ਗੁਰੂ ਜੀ, ਮੈਂ ਬਹੁਤ ਪਾਪ ਕੀਤੇ ਹਨ, ਕਿਰਪਾ ਕਰਕੇ ਮੈਨੂੰ ਬਖਸ਼ੋ ਜੀ। ਫਿਰ ਗੁਰੂ ਜੀ ਨੇ ਕਿਹਾ ਕਿ ਤੇਰੇ ਪਿਛਲੇ ਕੀਤੇ ਹੋਏ ਪਾਪ ਮਾਫ ਕਰ ਦਿੱਤੇ ਹਨ, ਹੁਣ ਕੋਈ ਵੀ ਇਸ ਤਰ੍ਹਾਂ ਦਾ ਕਰਮ ਨਾ ਕਰੀ। ਆਪਣੇ ਪਤੀ ਦੀ ਆਗਿਆ ਦੇ ਅਨੁਸਾਰ ਹੀ ਰਹੋ, ਸੁੱਖ ਦੇਣ ਵਾਲੇ ਪਰਮਾਤਮਾ ਦਾ ਸਿਮਰਨ ਕਰੋ। ਇਸ ਤਰ੍ਹਾਂ ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਤੇ ਉਸ ਤੋਂ ਬਾਅਦ ਗੁਰੂ ਜੀ ਦੁਨੀਆ ਦਾ ਭਲਾ ਕਰਨੇ ਦੇ ਲਈ ਅੱਗੇ ਚਲੇ ਗਏ। ਸਤਿਨਾਮ ਸ੍ਰੀ ਵਾਹਿਗੁਰੂ ਜੀ।